ਅੱਜ ਦਾ ਵਿਸ਼ੇ ਹੈ ਕਿ ਜੋ ਗੁਰਬਾਣੀ ਪੜ੍ਹਨ ਦਾ ਮਹੱਤਵ ਹੈ ਉਹ ਕੀ ਹੈ, ਕਿ ਗੁਰਬਾਣੀ ਸ਼ੁੱਧ ਕਿਉਂ ਪੜ੍ਹਨੀ ਚਾਹੀਦੀ, ਸਾਨੂੰ ਕੀ ਮਿਲੇਗਾ। ਸੋ ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਹੋਣਾ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਬੜੇ ਸੋਹਣੇ ਢੰਗ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜੋ ਸਿੱਖ ਪ੍ਰਤੀ ਬਚਨ ਸੀਗੇ, ਉਪਦੇਸ਼ ਸੀ, ਉਹਨਾਂ ਨੇ ਵਰਣਨ ਕੀਤਾ ਕਿ ਸਿੱਖਹੁ ਸੁਨਹੁ ਸੀਖ ਇਹੋ ਮੇਰੀ, ਬਾਣੀ ਪੜ੍ਹਹੁ ਸੁਧ ਗੁਰ ਕੇਰੀ, ਪੜ੍ਹੈ ਮਹਾਤਮ ਲਹਿ ਵਿਸਾਲ, ਹਲਤ ਪਲਤ ਮਹਿ ਹੋਇ ਨਿਹਾਲ, ਜੇ ਅਸੁੱਧ ਹੋਇ ਪੜ੍ਹੀਐ ਸੁਧ ਕਰ, ਬਿਗੜੀ ਵਸਤ ਸੁਧਾਰਹਿ ਜਿਮ ਘਰ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਹੁਤ ਸੋਹਣੇ ਢੰਗ ਦੇ ਨਾਲ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਸਭ ਤੋਂ ਪਹਿਲਾਂ ਸਿੱਖੋ, ਮੇਰੀ ਸਿੱਖਿਆ ਸੁਣੋ, ਜੋ ਮੈਂ ਆਪ ਜੀ ਨੂੰ ਦੱਸ ਰਿਹਾ ਹਾਂ ਇਹਨੂੰ ਬੜੇ ਧਿਆਨ ਦੇ ਨਾਲ ਸਰਵਣ ਕਰੋ ਕਿ ਬਾਣੀ ਪੜ੍ਹੋ ਸੁੱਧ ਗੁਰ ਕੇਰੀ, ਕਿ ਜੋ ਗੁਰਬਾਣੀ ਹੈ ਉਸ ਨੂੰ ਸ਼ੁੱਧ ਪੜ੍ਹਨਾ ਹੈ। ਮਹਾਰਾਜ ਨੇ ਪਹਿਲੇ ਪੰਕਤੀ ਦੇ ਵਿੱਚ ਹੀ ਹੁਕਮ ਕਰ ਦਿੱਤਾ ਕਿ ਗੁਰਬਾਣੀ ਸ਼ੁੱਧ ਪੜ੍ਹਨੀ ਹੈ। ਗਾਂ ਮਹਾਰਾਜ ਦੱਸਦੇ ਆ ਕਿ ਇਸ ਦਾ ਕਾਰਨ ਕੀ ਹੈ। ਪੜ੍ਹੈ ਮਹਾਤਮ ਲਹਿ ਵਿਸਾਲ, ਹਲਤ ਪਲਤ ਮਹਿ ਹੋਇ ਨਿਹਾਲ। ਕਹਿੰਦੇ ਕਿ ਜਿਹੜਾ ਗੁਰਸਿੱਖ ਗੁਰਬਾਣੀ ਸ਼ੁੱਧ ਪੜ੍ਹੇਗਾ ਅਤੇ ਹਲਤ ਪਲਤ ਮਹਿ ਹੋਇ ਨਿਹਾਲ, ਕਹਿੰਦੇ ਲੋਕ ਅਤੇ ਪਰਲੋਕ ਦੇ ਵਿੱਚ ਉਹਨੂੰ ਜਿੰਨੇ ਵੀ ਖਜ਼ਾਨੇ ਹੈਗੇ ਸੁੱਖਾਂ ਦੇ ਭੰਡਾਰ, ਉਹਨੂੰ ਸਮੂਹ ਖਜ਼ਾਨੇ ਸੁੱਖਾਂ ਦੇ ਮਿਲਣਗੇ ਲੋਕ ਅਤੇ ਪਰਲੋਕ ਦੇ ਵਿੱਚ। ਸੋ ਗੁਰੂ ਸਾਹਿਬ ਨੇ ਕਿਹਾ ਕਿ ਸ਼ੁੱਧ ਬਾਣੀ ਪੜ੍ਹਨ ਦੇ ਨਾਲ ਕੋਈ ਸੰਸਾਰ ਦੇ ਵਿੱਚ ਕੋਈ ਚੀਜ਼ ਹੈ ਹੀ ਨਹੀਂ ਜੋ ਤੁਹਾਨੂੰ ਨਹੀਂ ਮਿਲ ਸਕਦੀ ਆ। ਸਮੂਹ ਖਜ਼ਾਨੇ, ਜੋ ਵੀ ਸੁੱਖ, ਜੋ ਵੀ ਤੁਹਾਨੂੰ ਚੀਜ਼ ਹੈ, ਭਾਵੇਂ ਲੌਕਿਕ ਸੁੱਖ ਹੋਵੇ, ਗੱਡੀਆਂ, ਘਰ, ਧਨ ਦੌਲਤ ਪਦਾਰਥ, ਉਹ ਵੀ ਤੁਹਾਨੂੰ ਦੇ ਦਾਂਗੇ। ਜੇ ਤੁਹਾਨੂੰ ਆਤਮਿਕ ਸੁੱਖ ਚਾਹੀਦੀ ਹੈ ਤਾਂ ਉਹ ਵੀ ਤੁਹਾਨੂੰ ਮਿਲ ਜਾਏਗਾ। ਭਾਵੇਂ ਬੰਦਾ ਦੁਨਿਆਵੀ ਬੰਦਾ ਹੋਵੇ, ਗ੍ਰਸਤੀ ਬੰਦਾ ਹੋਵੇ, ਜੇ ਉਹਨਾਂ ਦਾ ਬਿਹੰਗਮ ਪੈਰਾ ਹੋਵੇ, ਕਿਉਂਕਿ ਉਹਨਾਂ ਦੇ ਵੀ ਸੁੱਖ ਵੱਖਰਾ ਹੈ। ਜਿਹੜਾ ਬੰਦਾ ਗ੍ਰਸਤੀ ਹੈਗਾ ਉਹਦੇ ਵਾਸਤੇ ਲਈ ਧਨ ਦੌਲਤ ਪਦਾਰਥ ਇਹ ਉਹ ਸੁੱਖ ਮੰਨਦਾ ਹੈ। ਜਿੰਨਾ ਸਾਡਾ ਪੈਸਾ ਵਧੇ ਅਤੇ ਸਾਡਾ ਸੁੱਖ ਵੀ ਉਸ ਦੇ ਨਾਲ ਹੀ ਵਧੇਗਾ। ਜਿਹੜਾ ਬੇਹੰਗਮ ਹੈਗਾ ਆ ਉਹਦੀ ਬਿਰਤੀ ਇਸ ਤਰ੍ਹਾਂ ਹੈ ਕਿ ਜਿੰਨਾ ਸਾਡਾ ਵੱਧ ਤੋਂ ਵੱਧ ਸਾਡੀ ਅਕਾਲ ਪੁਰਖ ਦੇ ਨਾਲ ਸਾਡੀ ਬਿਰਤੀ ਜੁੜ ਜਾਵੇ ਅਤੇ ਓਨਾ ਸਾਡੇ ਵਾਸਤੇ ਲਈ ਸੁੱਖ ਹੈ। ਸੋ ਜੋ ਗੁਰਬਾਣੀ ਹੈ ਇਹ ਗ੍ਰਸਤੀ ਵਾਸਤੇ ਲਈ ਅਤੇ ਬੇਹੰਗਮ ਵਾਸਤੇ ਲਈ, ਇਹ ਦੋਨਾਂ ਵਾਸਤੇ ਲਈ ਯੋਗ ਹੈ। ਭਾਵ ਦੋਨਾਂ ਵਾਸਤੇ ਲਈ ਬਹੁਤ ਖਜ਼ਾਨਾ ਵਧਾਉਂਦਾ ਹੈ, ਖਜ਼ਾਨਾ ਨੂੰ ਵਿਸਥਾਰ ਕਰ ਦਿੰਦਾ ਹੈ। ਫਿਰ ਮਹਾਰਾਜ ਕਹਿੰਦੇ ਜੇ ਅਸੁੱਧ ਹੋਇ ਪੜ੍ਹੀਐ ਸੁਧ ਕਰ, ਬਿਗੜੀ ਵਸਤ ਸੁਧਾਰਹਿ ਜਿਮ ਘਰ। ਕਹਿੰਦੇ ਕਿ ਜੇ ਤੁਹਾਡੀ ਗੁਰਬਾਣੀ ਅਸ਼ੁੱਧ ਹੈ, ਜੇ ਗੁਰਬਾਣੀ ਤੁਸੀਂ ਸਹੀ ਨਹੀਂ ਪੜ੍ਹਦੇ, ਕਿਉਂਕਿ ਕਈ ਵਾਰੀ ਸਾਧ ਸੰਗਤ ਜੀ ਜਿਵੇਂ ਸਾਡੇ ਨਾਲ ਵੀ ਇਵੇਂ ਹੀ ਹੋਇਆ, ਆਪਾਂ ਹੰਕਾਰ ਕਰਦੇ, ਮਾਣ ਕਰਦੇ ਕਿ ਹਾਂਜੀ ਸਾਨੂੰ ਪੰਜਾਬੀ ਪੜ੍ਹਨੀ ਆਉਂਦੀ ਆ, ਪੰਜਾਬੀ ਸਾਡੀ ਮਾਂ ਬੋਲੀ ਹੈ। ਜੇ ਇੱਥੇ ਦੇ ਜੰਮੇ ਪਲੇ ਹੈ ਕਿ ਆਪਾਂ ਪੰਜਾਬੀ ਕਲਾਸ ਜਾ ਕੇ ਆਪਾਂ GCSE ਦੀ ਪੜ੍ਹਾਈ ਕੀਤੀ ਹੈ, A ਲੈਵਲ ਦੀ ਪੜ੍ਹਾਈ ਕੀਤੀ ਆ, ਸਾਨੂੰ ਬਹੁਤ ਸੋਹਣੇ ਗ੍ਰੇਡ ਮਿਲੇ ਆ, ਉਸ ਦੇ ਅਭਿਮਾਨ ਕਰਕੇ ਆਪਾਂ ਸੋਚਦੇ ਕਿ ਗੁਰਬਾਣੀ ਦਾ ਪਾਠ ਵੀ ਆਪਾਂ ਬਹੁਤ ਸ਼ੁੱਧ ਪੜ੍ਹਦੇ ਹਾਂ। ਆਮ ਜੋ ਮਾਤਾ ਪਿਤਾ ਹੈ ਉਹ ਬੱਚੇ ਨੂੰ ਕੀ ਸਮਝਾਉਂਦੇ ਹੈ ਕਿ ਬਈ ਤੂੰ ਪੰਜਾਬੀ ਸਿੱਖ ਲਾ ਅਤੇ ਤੈਨੂੰ ਬਾਣੀ ਆ ਜਾਏਗੀ, ਪੰਜਾਬੀ ਤੂੰ ਪੜ੍ਹ ਅਤੇ ਗੁਰਬਾਣੀ ਪੜ੍ਹ। ਇਹਨਾਂ ਦਾ ਇੱਕ ਸੰਮੇਲ ਰੱਖਿਆ ਹੋਇਆ, ਸੰਬੰਧ ਰੱਖਿਆ ਹੋਇਆ। ਪਰ ਜਿਹੜੇ ਵਿਅਕਤੀ ਨੇ ਗੁਰਬਾਣੀ ਦੀ ਸੰਥਿਆ ਲਈ ਹੈ ਉਸ ਨੂੰ ਬਾਅਦ 'ਚ ਪਤਾ ਲੱਗੇਗਾ ਕਿ ਕਿਤਨੀਆਂ ਗਲਤੀਆਂ ਬਣਾਉਂਦੇ ਆ ਸਾਰੇ। ਜਿਹੜਾ ਬੰਦਾ ਪੰਜਾਬੀ ਵੀ ਪੜ੍ਹਿਆ ਲਿਖਿਆ ਹੈ ਔਰ ਬਾਣੀ ਪੜ੍ਹਦਾ ਹੈ, ਸੰਥਿਆ ਕਰਨ ਤੋਂ ਬਾਅਦ ਉਹਨਾਂ ਨੂੰ ਗਿਆਨ, ਉਹਨਾਂ ਨੂੰ ਬੋਧ ਮਿਲਦਾ ਹੈ ਕਿ ਆਪਾਂ ਪਹਿਲਾਂ ਕਿੰਨੀ ਗਲਤ ਬਾਣੀ ਪੜ੍ਹਦੇ ਸੀ। ਸੋ ਇੱਥੋਂ ਪਤਾ ਲੱਗ ਜਾਂਦਾ ਕਿ ਪੰਜਾਬੀ ਅਤੇ ਸੰਥਿਆ ਇਹ ਬਹੁਤ ਅਲੱਗ ਹੈ, ਕਿਉਂਕਿ ਜੋ ਪੰਜਾਬੀ ਦੀ ਪੜ੍ਹਾਈ ਹੈ ਇੱਕ ਕਲਚਰਲ ਪੜ੍ਹਾਈ ਹੈ। ਜੋ ਕਲਚਰ ਹੈ, ਕਲਚਰ ਸਮੇਂ ਸਮੇਂ ਦੇ ਨਾਲ ਬਦਲਦਾ ਰਹਿੰਦਾ। ਜੋ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ ਇਹ
ਖਾਸ ਠੇਠ ਪੰਜਾਬੀ ਜੋ ਪੁਰਾਤਨ ਪੰਜਾਬੀ ਹੈ ਉਹ ਇਸ ਭਾਸ਼ਾ ਦੇ ਵਿੱਚ ਲਿਖੀ ਗਈ। ਪਰ ਫਿਰ ਵੀ ਜੋ ਆਪਾਂ ਬਹੁਤ ਗਿਆਨਵਾਨ ਹੈਗੇ ਆ ਕਿ ਸਾਨੂੰ ਪੰਜਾਬੀ ਆਉਂਦੀ ਆ, ਸਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨ ਨਹੀਂ ਸਮਝ ਆਉਂਦੇ, ਫਿਰ ਵੀ ਸੰਥਿਆ ਲੈਣੀ ਪੈਂਦੀ ਆ, ਫਿਰ ਵੀ ਟੀਕਾ ਪ੍ਰਕਾਸ਼ ਕਰਨਾ ਪੈਂਦਾ, ਫਿਰ ਵੀ ਕਥਾ ਸਰਵਨ ਕਰਨੀ ਪੈਂਦੀ, ਨਹੀਂ ਤਾਂ ਸਮਝ ਨਹੀਂ ਆਉਂਦੀ। ਮੀਨਸ ਕਿ ਸਮੇਂ ਦੇ ਨਾਲ ਪੰਜਾਬੀ ਬਹੁਤ ਬਦਲ ਚੁੱਕੀ ਹੈ। ਔਰ ਜਿਵੇਂ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਟੈਰੀਟਰੀ ਇਲਾਕੇ ਡਿਵਾਈਡ ਕੀਤੇ ਗਏ, ਜਿਵੇਂ ਮਾਝੇ ਦਾ ਇਲਾਕਾ ਹੋ ਗਿਆ, ਦੁਆਬਾ, ਇਸ ਤਰ੍ਹਾਂ ਪੰਜਾਬੀ ਦਾ ਬਹੁਤ ਫਰਕ ਹੈ। ਹੁਣ ਤੁਸੀਂ ਵੱਖਰੇ ਵੱਖਰੇ ਇਲਾਕੇ ਤੁਸੀਂ ਜਾਓ ਅਤੇ ਪੰਜਾਬੀ ਦੇ ਵਿੱਚ ਫਰਕ ਹੈ, ਅਤੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਬੰਦਾ ਕਿੱਥੋਂ ਆ, ਇਹ ਮਾਝੇ ਦੇ ਇਲਾਕੇ ਤੋਂ ਆ ਪੰਜਾਬੀ ਕਰਕੇ। ਮੀਨਸ ਕਿ ਇੱਕ ਪੰਜਾਬੀ ਦੀ ਆਈਡੈਂਟਿਟੀ ਵੀ ਹੈ, ਇੱਕ ਕਲਚਰ ਦੇ ਨਾਲ ਜੋ ਕਲਚਰ ਹੈ ਉਹ ਬਦਲਦਾ ਹੈ। ਪਰ ਇੱਕ ਜੋ ਗੁਰਬਾਣੀ ਹੈ, ਜੋ ਗੁਰੂ ਸਾਹਿਬ ਦੀ ਬਹੁਤ ਵੱਡੀ ਦੇਣ ਹੈ, ਇਹ ਨਹੀਂ ਬਦਲ ਸਕਦੀ, ਕਿਉਂਕਿ ਇਹ ਲਿਖਿਆ ਗਿਆ, ਇਹ ਰਿਕਾਰਡ ਕੀਤਾ ਔਰ ਇਹ ਫੈਕਚੁਅਲ ਹੈ। ਜੋ ਗੁਰੂ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਉਚਾਰੀ ਹੈ ਬਾਣੀ, ਉਹੀ ਸਹੀ ਹੈ। ਉਸ ਤੋਂ ਬਾਅਦ ਜੋ ਬੰਦਾ ਬਦਲਦਾ ਹੈ ਉਹ ਗਲਤ ਹੈ। ਸਿਰਫ ਗੁਰੂ ਸਾਹਿਬ ਸ਼ੁੱਧ ਹੈ। ਸੋ ਇਸੇ ਹੀ ਕਰਕੇ ਗੁਰੂ ਮਹਾਰਾਜ ਕਹਿੰਦੇ ਕਿ ਜੋ ਤੁਹਾਡੀ ਪੰਜਾਬੀ ਭਾਸ਼ਾ ਹੈ, ਇਹ ਨਹੀਂ ਸਮਝਣਾ ਕਿ ਹਾਂ ਪੰਜਾਬੀ ਆਈ ਆ ਸਾਨੂੰ ਅਤੇ ਆਪਾਂ ਬਾਣੀ ਵੀ ਸ਼ੁੱਧ ਪੜ੍ਹ ਸਕਦੇ ਹਾਂ। ਤੁਸੀਂ ਕੋਈ ਵਿਦਵਾਨ, ਕੋਈ ਗਿਆਨੀ ਸਿੰਘ ਕੋਲ ਜਾ ਕੇ ਬੈਠ ਕੇ ਤਾਂ ਤੁਸੀਂ ਸੰਥਿਆ ਲਵੋ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਬਾਣੀ ਅਸ਼ੁੱਧ ਪੜ੍ਹਦੇ ਹੋ। ਜਦੋਂ ਤੁਹਾਨੂੰ ਪਤਾ ਲੱਗ ਗਿਆ, ਫਿਰ ਮਹਾਰਾਜ ਕਹਿੰਦੇ ਕਿ ਬਾਣੀ ਸ਼ੁੱਧ ਪੜ੍ਹੋ। ਪਹਿਲਾਂ ਗਿਆਨੀ ਸਿੰਘ ਕੋਲ ਜਾ ਕੇ ਤੁਹਾਨੂੰ ਪਹਿਲਾਂ ਪਤਾ ਲੱਗੇਗਾ ਕਿ ਬਾਣੀ ਸਾਡੀ ਅਸ਼ੁੱਧ ਹੈ, ਆਪਾਂ ਬਾਣੀ ਗਲਤ ਪੜ੍ਹਦੇ ਹਾਂ, ਅਰਥ ਨੂੰ ਆਪਾਂ ਵਿਗੜਦੇ ਹਾਂ, ਅਰਥ ਵੀ ਆਪਾਂ ਗਲਤ ਕਰਦੇ ਹਾਂ। ਜਦੋਂ ਇਹ ਪਤਾ ਲੱਗ ਗਿਆ ਤਾਂ ਫਿਰ ਆਪਣੀ ਜੋ ਬਾਣੀ ਹੈ ਉਹ ਸ਼ੁੱਧ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰਬਾਣੀ ਦੀ ਸੰਥਿਆ ਤੋਂ ਬਿਨਾਂ ਪੁਰਾਣੀ ਬਾਣੀ ਸ਼ੁੱਧ ਨਹੀਂ ਪੜ੍ਹ ਸਕਦਾ। ਇਹ ਨਿਸ਼ਚੈ ਕਰਕੇ ਤੁਸੀਂ ਮੰਨ ਲਓ। ਹੁਣ ਕੱਲ੍ਹ ਆਪ ਜੀ ਨੇ ਜਪਜੀ ਸਾਹਿਬ ਦੀ ਸ਼ੁੱਧ ਸੰਥਿਆ ਪ੍ਰਾਪਤ ਕੀਤੀ ਹੈ ਪਾਠ ਬੋਧ ਸਮਾਗਮ ਦੇ ਵਿੱਚ, ਅਤੇ ਆਪ ਜੀ ਨੇ ਪਹਿਲਾਂ ਵੀ ਘੱਟ ਤੋਂ ਘੱਟ ਇੱਕ ਵਾਰੀ ਤੁਸੀਂ ਸੰਥਿਆ ਕਰ ਚੁੱਕੇ ਆ। ਕਈਆਂ ਨੇ 2 ਵਾਰੀ ਸੰਥਿਆ ਵੀ ਕੀਤੀ ਹੋਈ ਆ, ਕਈਆਂ ਨੇ 3 ਵਾਰੀ ਵੀ ਸੰਥਿਆ ਕੀਤੀ ਆ। ਸੋ ਮੀਨਸ ਕਿ ਇੰਨੀ ਵਾਰੀ ਸੰਥਿਆ ਕਰਨ ਤੋਂ ਬਾਅਦ ਵੀ ਸਾਨੂੰ ਕਿੰਨਾ ਕੁ ਕੁਛ ਮਿਲਿਆ, ਕਿਉਂਕਿ ਗੁਰਬਾਣੀ ਦਾ ਕੋਈ ਅੰਤ ਨਹੀਂ ਹੈ। ਅਤੇ ਕੱਲ੍ਹ ਜੋ ਸਾਨੂੰ ਖਜ਼ਾਨਾ ਇੰਨਾ ਮਿਲਿਆ, 4 ਵਾਰੀ ਸੰਥਿਆ ਲੈ ਕੇ 5 ਵਾਰੀ ਸੰਥਿਆ, ਸਾਡੀ ਸਿਕਸ਼ਾ ਹੀ ਨਹੀਂ ਮੁੱਕਦੀ, ਕਿਉਂਕਿ ਗੁਰਬਾਣੀ ਦਾ ਕੋਈ ਅੰਤ ਨਹੀਂ ਆ, ਤਾਂ ਫਿਰ ਸਿਕਸ਼ਾ ਦਾ ਕਿਵੇਂ ਅੰਤ ਹੋ ਸਕਦਾ। ਸਾਰੇ ਗੁਰੂ ਬੇਅੰਤ ਨੇ, ਗੁਰੂ ਦਾ ਖਜ਼ਾਨਾ ਵੀ ਬੇਅੰਤ ਹੈ। ਸੋ ਸਾਰੇ ਜਿੰਨੇ ਵੀ ਗੁਰਸਿੱਖ ਨੇ, ਸਾਰਿਆਂ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਕਿ ਜਿਤਨਾ ਵੀ ਆਪਾਂ ਉੱਦਮ ਕਰ ਸਕਦੇ ਹਾਂ, ਆਪਾਂ ਗੁਰਬਾਣੀ ਸ਼ੁੱਧ ਪੜ੍ਹਨ ਵਾਸਤੇ ਲਈ ਉੱਦਮ ਕਰੀਏ ਕਿ ਗੁਰਬਾਣੀ ਦਾ ਪਹਿਲਾਂ ਸਤਿਕਾਰ ਕਰੀਏ। ਜੋ ਕੱਲ੍ਹ ਜੋ ਬਚਨ ਆਪਾਂ ਕੀਤੇ ਆ ਉਸ ਵਿਸ਼ੇ ਦੇ ਉੱਤੇ, ਜੋ ਸਤਿਕਾਰ ਦਾ ਵਿਸ਼ਾ ਸੀ, ਉਸ ਦੇ ਉੱਤੇ ਸਭ ਤੋਂ ਪਹਿਲਾਂ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਕਿ ਗੁਰੂ ਸਾਹਿਬ ਦਾ ਆਪਾਂ ਸਤਿਕਾਰ ਕਰੀਏ, ਗੁਰਬਾਣੀ ਦਾ ਸਤਿਕਾਰ। ਉਸ ਤੋਂ ਬਾਅਦ ਜੋ ਗੁਰੂ ਸਾਹਿਬ ਦੇ ਨਾਲ ਜੁੜਨਾ, ਭਾਵ ਕਿ ਜੋ ਸਾਡਾ ਦੁਨੀਆ ਦੇ ਵਿੱਚ ਸਾਡਾ ਮਕਸਦ ਹੈ, ਗੁਰੂ ਸਾਹਿਬ ਦੇ ਨਾਲ ਆਪਾਂ ਇਵੇਂ ਹੀ ਜੁੜ ਸਕਦੇ ਹਾਂ ਜੇ ਗੁਰਬਾਣੀ ਆਪਾਂ ਪੜ੍ਹੀਏ। ਜਿਵੇਂ ਸਾਧ ਸੰਗਤ ਜੀ, ਇੱਕ ਮਾਨੋ ਜੋ ਖੁਰਾਕ ਹੈ, ਭੋਜਨ ਹੈ, ਅੰਨ ਹੈ, ਜੋ ਅੰਨ ਹੈ ਆਪਾਂ ਖਾਂਦੇ ਆ, ਅੰਨ ਖਾ ਕੇ ਅਤੇ ਹਜਮ ਕਰਨ ਤੋਂ ਬਾਅਦ ਉਹ ਆਪਣਾ ਅੰਗ ਦਾ ਇੱਕ ਹਿੱਸਾ ਬਣ ਜਾਂਦਾ। whatever food you eat, ਉਹ ਖਾਣ ਤੋਂ ਬਾਅਦ you digest it, it becomes part of your flesh, your organs, ਜੋ ਵੀ ਹੈ ਤੁਹਾਡਾ ਸਰੀਰ ਦਾ ਇੱਕ ਅੰਗ ਬਣ ਜਾਂਦਾ। ਗੁਰਬਾਣੀ ਵੀ ਇਸੇ ਹੀ ਪ੍ਰਕਾਰ ਹੈ। ਜਿਹੜੇ ਬੰਦੇ ਨੇ ਗੁਰਬਾਣੀ ਪੜ੍ਹੀ ਹੋਈ ਆ ਔਰ ਚੰਗੀ ਤਰ੍ਹਾਂ ਉਸ ਦਾ ਗਿਆਨ ਸਮਝਿਆ ਹੈ, ਸ਼ੁੱਧ ਪਾਠ ਪੜ੍ਹਿਆ ਹੈ, ਉਹ ਆਪਣਾ ਅੰਗ ਦਾ, ਆਪਣਾ ਸਰੀਰ ਦਾ ਇੱਕ ਅੰਗ ਬਣਦਾ ਹੈ। ਪਰ ਆਪਣਾ ਅਧਿਆਤਮ ਸਰੀਰ, ਆਤਮਾ ਦਾ, ਉਹ ਆਪਣਾ ਇੱਕ ਅੰਗ ਬਣਦਾ ਹੈ। ਜਿਹੜਾ ਬੰਦਾ ਚਾਹੁੰਦਾ ਕਿ ਅਧਿਆਤਮ ਪੱਖ ਤੋਂ ਉਹਦੀ ਸੋਚਣੀ, ਉਸ ਦਾ ਵਿਚਾਰ, ਉਸ ਦੀ ਨਿਰਣੇ ਸ਼ਕਤੀ ਸ਼ੁਭ ਹੋਵੇ ਅਤੇ ਉਹ ਗੁਰਬਾਣੀ ਦੇ ਨਾਲ ਜੁੜੇ। ਜਿਹੜਾ ਬੰਦਾ ਆਪਣੀ ਬਿਰਤੀ ਖਰਾਬ ਕਰਨਾ ਚਾਹੁੰਦਾ ਆ
ਤੇ ਜੋ ਸੰਸਾਰ ਦੇ ਜੋ ਹੈਗੇ ਆ ਮਸਲੇ ਉਹਦੇ ਵਿੱਚ ਜ਼ਰੂਰ ਫਸੇ। ਪਰ ਇਹ ਸਿੱਖਿਆ ਦੇਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਾਰੇ ਆਲਰੇਡੀ ਇਸ ਦੇ ਵਿੱਚ ਫਸੇ ਨੇ। ਇਹ ਬਹੁਤ ਮਾਇਆ ਦਾ ਜੰਜਾਲ ਬਹੁਤ ਗਹਿਰ ਗੰਭੀਰ ਹੈ, ਬੜਾ ਭਿਆਨਕ ਹੈ, ਜੋ ਕਿ ਸਾਨੂੰ ਗੁਰੂ ਦੇ ਨਾਲ ਜੁੜਨ ਵਾਸਤੇ ਲਈ ਰੋਕਦੀ ਹੈ। ਇਹ ਮਾਇਆ ਦਾ ਜੰਜਾਲ ਹੈ। ਸੋ ਜੋ ਸਿੱਖ ਪੰਥ ਹੈ ਇਹ ਮਾਨੋ ਇੱਕ ਦਾਨੀ ਪੰਥ ਹੈ। ਅਤੇ ਦਾਨੀ ਪੰਥ ਦਾ ਇਹ ਮਤਲਬ ਹੈ ਕਿ ਸਮੂਹ ਜਗਤ ਦੇ ਉੱਤੇ ਪਰਉਪਕਾਰ ਕਰਦਾ, ਭਾਵੇਂ ਲੰਗਰ ਰਾਹੀਂ ਅਤੇ ਵਿਦਿਆਰਥੀ ਦੇ ਖਾਸ ਵਾਸਤੇ ਬਾਣੀ ਪੜ੍ਹਾਉਣ ਦੇ ਵਿੱਚ। ਟਕਸਾਲ ਦੇ ਵਿੱਚ ਦੱਸਿਆ ਜਾਂਦਾ ਕਿ ਜੇ ਤੁਸਾਂ ਨੇ ਨਿਤਨੇਮ ਦੀ ਸੰਥਿਆ ਲਈ ਹੈ ਅਤੇ ਘੱਟ ਤੋਂ ਘੱਟ 5 ਸਿੰਘਾਂ ਨੂੰ ਨਿਤਨੇਮ ਦੀ ਸੰਥਿਆ ਦੇਣੀ ਚਾਹੀਦੀ ਹੈ। ਇਹ ਕਰਜ਼ਾ ਹੈ, ਠੀਕ ਹੈ, ਇਜ਼ ਲਾਈਕ ਲੋਨ। ਜੇ ਇੱਕ ਬੰਦੇ ਨੂੰ ਕਿਸੇ ਨੇ ਪੈਸੇ ਦਿੱਤੇ ਹੈ, ਉਹ ਕਰਜ਼ਾ ਹੈ, ਹੀ ਇਜ਼ ਇਨ ਡੈਪਟ। ਅਤੇ ਜਿੰਨੀ ਤੁਸੀਂ ਸੰਥਿਆ ਵੀ ਲੈਂਦੀ ਹੈ ਉਹ ਤੁਹਾਡੀ ਡੈਪਟ ਹੈ। ਉਹ ਕਰਜ਼ਾ ਲਾਉਣ ਵਾਸਤੇ ਲਈ ਤੁਸੀਂ ਗਾਂਹ ਪੜ੍ਹਾਉਣਾ ਹੈ। ਗ੍ਰੰਥੀ ਸਿੰਘਾਂ ਨੂੰ ਕਿਹਾ ਜਾਂਦਾ ਕਿ ਜੇ ਤੁਸੀਂ ਗ੍ਰੰਥੀ ਸਿੰਘ ਬਣੇ ਹੈ, ਤੁਹਾਨੂੰ ਪੜ੍ਹਾਈ ਮਿਲੀ ਹੈ ਗ੍ਰੰਥੀ ਸਿੰਘ ਦੀ, ਤਾਂ ਤੁਸੀਂ ਗਾਂਹ 5 ਗ੍ਰੰਥੀ ਸਿੰਘ ਬਣਾਉਣੇ ਆ। ਕਥਾਕਾਰਾਂ ਨੂੰ ਦੱਸਿਆ ਜਾਂਦਾ ਕਿ ਜੇ ਤੁਸੀਂ ਕਥਾ ਸਿੱਖੀ ਹੈ ਤਾਂ ਗਾਂਹ ਤੁਸੀਂ 5 ਕਥਾਕਾਰ ਬਣਾਉਣੇ ਹੈ। ਅਤੇ ਕਈ ਇੱਦਾਂ ਦੇ ਮਹਾਂਪੁਰਸ਼ ਹੈਗੇ ਆ ਜੋ ਕਿ ਬ੍ਰਹਮ ਅਵਸਥਾ ਵਿੱਚ ਪਹੁੰਚ ਕੇ ਅਤੇ ਕੁਝ ਹਜ਼ਾਰ ਬ੍ਰਹਮ ਗਿਆਨੀ ਬਣਾ ਦਿੰਦੇ ਆ, ਜਿਵੇਂ ਸੰਤ ਗੁਰਬਚਨ ਸਿੰਘ ਜੀ ਮਹਾਂਪੁਰਸ਼ ਹੋਏ। ਗੁਰਮੁਖ ਪ੍ਰਕਾਸ਼ ਗ੍ਰੰਥ ਦੇ ਵਿੱਚ ਤੁਸੀਂ ਕਦੇ ਪੜ੍ਹੋ ਅਤੇ ਪਿੱਛੇ ਲਿਸਟ ਦਿੱਤੀ ਹੋਈ ਆ ਕਿ ਮੇਰਾ ਇਹ ਵਿਦਿਆਰਥੀ ਹੈ, ਇਹ ਵਿਦਿਆਰਥੀ ਹੋਇਆ 3ਰਾ ਨੰਬਰ, 4ਥਾ ਨੰਬਰ, 5ਵਾਂ ਨੰਬਰ, ਸਾਰੇ ਵਿਦਿਆਰਥੀਆਂ ਦੀ ਲਿਸਟ ਬਣਵਾਈ ਹੋਈ ਆ, ਉਹ ਵੀ ਆਰਡਰ ਦੇ ਵਿੱਚ। ਅਤੇ ਗੁਰਮੁਖ ਪ੍ਰਕਾਸ਼ ਗ੍ਰੰਥ ਦੇ ਵਿੱਚ ਬਹੁਤ ਸੋਹਣੇ ਤਰੀਕਾਂ ਦੇ ਨਾਲ ਛੰਦਾਬੰਦੀ ਦੇ ਵਿੱਚ ਖਾਸ ਜਿਵੇਂ ਦੋਹਰੇ ਹੋ ਗਏ, ਚੌਪਈ, ਇਹ ਛੰਦ ਦੀ ਜ਼ਿਆਦਾ ਵਰਤੋਂ ਕੀਤੀ ਆ ਵੱਡੇ ਮਹਾਂਪੁਰਸ਼ਾਂ ਨੇ। ਪਰ ਚੌਪਈ, ਦੋਹਰੇ, ਇਹਦੇ ਛੰਦਾਬੰਦੀ ਦੇ ਵਿੱਚ ਪੂਰੇ ਆਪਣੇ ਵਿਦਿਆਰਥੀਆਂ ਦੇ ਨਾਮ ਦਿੱਤੇ ਹੋਏ ਆ, ਉਹ ਕਿੱਥੋਂ ਆਏ, ਉਹਨਾਂ ਨੂੰ ਕੀ ਪੜ੍ਹਾਇਆ ਆਪਾਂ। ਇਹ ਰਾਗੀ ਸਿੰਘ ਸੀ, ਇਹ ਕੀਰਤਨੀ ਸੀ, ਇਹ ਗ੍ਰੰਥੀ ਸਿੰਘ ਸੀ, ਹਾਂਜੀ, ਇਹ ਕਥਾਕਾਰ ਸੀ। ਅਤੇ ਇਵੇਂ ਸਾਰਿਆਂ ਦੇ ਗੁਣ ਦੱਸੇ ਗਏ। ਉੱਥੋਂ ਪਤਾ ਲੱਗ ਜਾਂਦਾ ਕਿ ਕੁਝ ਇੱਦਾਂ ਦੇ ਵੀ ਮਹਾਂਪੁਰਸ਼ ਹੈ ਜੋ ਕਿ ਲਿਮਿਟ ਤੋਂ ਬਹੁਤ ਅੱਗੇ ਗਾਂਹ ਵੀ ਚਲੇ ਗਏ, ਕਿ ਜਿੱਥੇ ਟਕਸਾਲ ਦੇ ਵਿੱਚ ਦੱਸਿਆ ਗਿਆ ਕਿ ਘੱਟ ਤੋਂ ਘੱਟ 5 ਵਿਦਿਆਰਥੀ ਤਿਆਰ ਕਰਨੇ ਆਪਣੇ ਬਰਾਬਰ, ਕੁਝ ਮਹਾਂਪੁਰਸ਼ਾਂ ਨੇ ਹੋਰ ਲਿਮਿਟ ਵਧਾ ਦਿੱਤੀ, ਕਿਉਂਕਿ ਪਰ ਉਪਕਾਰੀ ਜਗ ਮਹਿ ਆਏ। ਇਹ ਜੋ ਮਹਾਂਪੁਰਸ਼ ਹੈਗੇ ਆ ਇਹਨਾਂ ਦੀ ਕੋਈ ਲਿਮਿਟ ਨਹੀਂ ਹੈ, ਕੋਈ ਹੱਦ ਨਹੀਂ ਹੈ। ਪਰ ਰਹੋ ਵਿਚਾਰ ਸਾਡੇ ਵਾਸਤੇ ਲਈ ਜੋ ਜ਼ਰੂਰੀ ਹੈ ਕਿ ਜੇ ਤੁਸੀਂ ਸੰਥਿਆ ਲਈ ਹੋਈ ਆ, ਗਾਂਹ ਤੁਸੀਂ ਇਹ ਸੰਥਿਆ ਪੜ੍ਹਾਉਣੀ ਹੈ। ਸੰਥਿਆ ਤੋਂ ਬਿਨਾਂ ਬੰਦਾ ਗੁਰਬਾਣੀ ਦਾ ਲਾਭ ਨਹੀਂ ਲੈ ਸਕਦਾ। ਇਫ ਯੂ ਵਾਂਟ ਦ ਫੁੱਲ ਅਸਰ ਆਫ ਗੁਰਬਾਣੀ, ਦ ਫੁੱਲ ਫਰੂਟ ਆਫ ਗੁਰਬਾਣੀ, ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸੰਥਿਆ ਕੀ ਦੇ ਸਕਦੀ, ਉਹਦੀ ਪਾਵਰ ਕੀ ਹੈ, ਸਭ ਤੋਂ ਪਹਿਲਾਂ ਸੰਥਿਆ ਲੈਣੀ ਪੈਂਦੀ ਹੈ। ਸੰਥਿਆ ਤੋਂ ਬਿਨਾਂ ਉਹ ਦਵਾਈ ਚੰਗੀ ਤਰ੍ਹਾਂ, ਜਿਵੇਂ ਕੱਲ੍ਹ ਵਿਚਾਰ ਕੀਤੀ, ਚੰਗੀ ਤਰ੍ਹਾਂ ਐਡਮਿਨਿਸਟਰ ਨਹੀਂ ਹੋ ਸਕਦੀ। ਸੋ ਇਹ ਜੋ ਖਜ਼ਾਨਾ ਹੈ ਇਸ ਦਾ ਕੋਈ ਅੰਤ ਨਹੀਂ ਹੈ। ਔਰ ਹਰੇਕ ਅੰਮ੍ਰਿਤਧਾਰੀ ਗੁਰਸਿੱਖ ਵਾਸਤੇ ਲਈ ਇਹ ਯੋਗ ਹੈ ਕਿ ਜੋ ਗੁਰਬਾਣੀ ਖਾਸ ਕਰਕੇ ਨਿਤਨੇਮ ਦੀ ਸੰਥਿਆ, ਤੁਸੀਂ ਇਸ ਦਾ ਘੱਟ ਤੋਂ ਘੱਟ ਤੁਸੀਂ ਸੰਥਿਆ ਤੁਸੀਂ ਕਰਨੀ ਹੈ। ਕੁਝ ਪੁਰਾਣੇ ਬਜ਼ੁਰਗ ਔਰ ਵਿਦਵਾਨ ਦੀ ਲਿਖਿਆ ਹੈ ਦੋਹਰੇ ਛੰਦ ਦੇ ਵਿੱਚ, ਛੰਦਾਬੰਦੀ ਦੇ ਵਿੱਚ ਉਹਨੇ ਬਹੁਤ ਸੋਹਣੇ ਢੰਗ ਦੇ ਨਾਲ ਲਿਖਿਆ ਹੈ ਕਿ ਦੋਹਰਾ ਸੁਧ ਪਾਠ ਬਿਨ ਸੁਧ ਅਰਥ, ਸੁਧ ਬੋਧ ਨਹਿ ਹੋਏ, ਸੁਧ ਬੋਧ ਬਿਨ ਸ਼ਬਦ ਰਸ, ਪਾਠਕ ਕੋ ਨਹਿ ਹੋਏ। ਸ਼ੁੱਧ ਪਾਠ ਬਿਨ ਸ਼ੁੱਧ ਅਰਥ, ਇਹ ਜੋ ਸ਼ੁੱਧ ਹੈ ਬਿਨ ਪਾਠ, ਇਹ ਦਹਿਲੀ ਦੀਪਕ ਹੈ, ਮੀਨਸ ਕਿ ਅਰਥ ਦੋਨੋਂ ਪਾਸੇ ਲੈ ਲੈਣੇ। ਸ਼ੁੱਧ ਪਾਠ ਬਿਨ ਸ਼ੁੱਧ ਅਰਥ, ਕਹਿੰਦੇ ਕਿ ਸ਼ੁੱਧ ਪਾਠ ਤੋਂ ਬਿਨਾਂ
ਅਰਥ ਸ਼ੁੱਧ ਨਹੀਂ ਹੁੰਦਾ। ਸੋ ਬਿਨ ਸ਼ੁੱਧ ਅਰਥ ਔਰ ਸ਼ੁੱਧ ਪਾਠ ਬਿਨ ਦੋਨੋਂ ਪਾਸੇ ਲਾਉਣਾ। ਸ਼ੁੱਧ ਪਾਠ ਕਰਨ ਤੋਂ ਬਿਨਾਂ ਤੁਹਾਨੂੰ ਅਰਥ ਸ਼ੁੱਧ ਨਹੀਂ ਆਉਣਗੇ। ਯੂ ਵੋਂਟ ਅੰਡਰਸਟੈਂਡ ਗੁਰਬਾਣੀ। ਔਰ ਜੇ ਤੁਸੀਂ ਸ਼ੁੱਧ ਪਾਠ ਨਹੀਂ ਕੀਤਾ ਤਾਂ ਗੁਰਬਾਣੀ ਦੇ ਨਾਲ ਫਿਰ ਕਿਵੇਂ ਜੁੜਾਂਗੇ? ਫਿਰ ਕਹਿੰਦੇ ਸ਼ੁੱਧ ਬੋਧ ਨ ਹੈ ਹੋਏ, ਮੀਨਸ ਕਿ ਬਿਨ ਸ਼ੁੱਧ ਅਰਥ, ਕਿ ਸ਼ੁੱਧ ਅਰਥ ਤੁਹਾਡੇ ਕੋਲ ਨਾ ਆਉਣ, ਸ਼ੁੱਧ ਬੋਧ ਨ ਹੈ ਹੋਏ, ਫਿਰ ਤੁਹਾਨੂੰ ਗਿਆਨ ਵੀ ਨਹੀਂ ਸਹੀ ਆਏਗਾ। ਇਫ ਯੂ ਡੋਂਟ ਹੈਵ ਦ ਅਰਥ ਕਰੈਕਟ ਦੈਨ ਤੁਹਾਨੂੰ ਗਿਆਨ ਨਹੀਂ ਆਏਗਾ ਗੁਰਬਾਣੀ ਦਾ। ਸ਼ੁੱਧ ਬੋਧ ਬਿਨ ਸ਼ਬਦ ਰਸ, ਕਹਿੰਦੇ ਜਿਹੜੇ ਬੰਦੇ ਨੂੰ ਸ਼ੁੱਧ ਬੋਧ ਨਹੀਂ ਆਇਆ, ਸ਼ੁੱਧ ਗਿਆਨ ਨਹੀਂ ਆਇਆ, ਫਿਰ ਉਹਨੂੰ ਸ਼ਬਦ ਦਾ ਰਸ ਵੀ ਨਹੀਂ ਆਇਆ, ਉਹ ਫਲ ਨਹੀਂ ਪ੍ਰਾਪਤ ਕਰ ਸਕਦਾ ਗੁਰਬਾਣੀ ਦਾ। ਪਾਠਕ ਕੋ ਨਹਿ ਹੋਏ, ਠੀਕ ਆ, ਉਹ ਪਾਠ ਦਾ ਕੋਈ ਫਲ ਨਹੀਂ ਮਿਲੇਗਾ। ਸੋ ਇਸ ਕਰਕੇ ਮਹਾਂਪੁਰਸ਼ਾਂ ਦਾ ਵੀ ਦੱਸਿਆ ਹੋਇਆ ਪਾਠ ਸ਼ੁੱਧ ਕਰਨਾ ਬਹੁਤ ਹੀ ਜ਼ਰੂਰੀ ਹੈ। ਬਿਕੋਜ਼ ਜੇ ਆਪਾਂ ਕਹਿੰਦੇ ਹਾਂ ਕਿ ਗੁਰਬਾਣੀ ਪੜ੍ਹਨ ਵੇਲੇ ਸਾਡਾ ਮਨ ਵੀ ਨਹੀਂ ਟਿਕਦਾ ਹੈ। ਸੰਥਿਆ ਬੰਦੇ ਨੇ ਕੀਤੀ ਹੋਏਗੀ, ਹੁਣ ਕੱਲ੍ਹ ਤੁਹਾਡਾ ਮਨ ਟਿਕਿਆ ਜਾਂ ਨਹੀਂ ਟਿਕਿਆ? ਕਿਉਂ ਟਿਕਿਆ? ਕਿਉਂਕਿ ਤੁਹਾਡੇ ਬੜਾ ਧਿਆਨ ਸੀ ਕਿ ਅੱਛਾ ਇਹ ਵੀ ਹੈ, ਅੱਛਾ ਇਹ ਵੀ। ਜਦੋਂ ਗਿਆਨ ਆ ਜਾਂਦਾ ਕਿ ਇਹ ਪਾਠ ਇਸ ਤਰ੍ਹਾਂ ਪੜ੍ਹਨਾ, ਇਸ ਨੂੰ ਇਸ ਤਰ੍ਹਾਂ ਪੜ੍ਹਨਾ, ਔਰ ਤੁਹਾਡਾ ਧਿਆਨ ਹੈਗਾ ਕਿ ਆਪਾਂ ਸਹੀ ਪੜ੍ਹੀਏ, ਪਹਿਲਾਂ ਭਾਵਨਾ ਹੋਣੀ ਚਾਹੀਦੀ ਆ ਕਿ ਸਹੀ ਪੜ੍ਹੀਏ। ਉਸ ਤੋਂ ਬਾਅਦ ਯੂ ਮਸਟ ਨੋ ਕਿ ਵਿਸਰਾਮ ਕੀ ਆ, ਜਮਕੀ ਕੀ ਆ, ਠਮਕੀ ਕੀ ਆ, ਭਾਰਾ ਕਿੱਥੇ ਬੋਲਣਾ, ਪੋਲਾ ਕਿੱਥੇ ਬੋਲਣਾ। ਜਦੋਂ ਤੁਸੀਂ ਅਪਲਾਈ ਕਰਨਗੇ ਤਾਂ ਡੈਫੀਨੇਟਲੀ ਤੁਹਾਡਾ ਧਿਆਨ ਲੱਗੇਗਾ। ਜਿਹੜੇ ਬੰਦੇ ਨੇ ਸੰਥਿਆ ਨਹੀਂ ਲਈ ਆ ਉਹਦਾ ਧਿਆਨ ਕਿਵੇਂ ਲੱਗੇਗਾ? ਧਿਆਨ ਈਕੁਅਲਸ ਬਿਰਤੀ, ਧਿਆਨ ਦੇ ਨਾਲ ਇਕਾਗਰਤਾ, ਗੁਰੂ ਸਾਹਿਬ ਦੇ ਨਾਲ ਜੁੜਨਾ, ਤਾਂ ਫਿਰ ਧਿਆਨ ਲੱਗਣਾ ਚਾਹੀਦਾ। ਧਿਆਨ ਤੋਂ ਬਿਨਾਂ ਕਿਵੇਂ ਜੁੜ ਸਕਦਾ ਬੰਦਾ? ਜਿਹੜਾ ਬੰਦੇ ਦਾ ਧਿਆਨ ਦੁਨੀਆ ਦੇ ਵਿੱਚ ਹੈ ਉਹ ਗੁਰੂ ਸਾਹਿਬ ਦੇ ਨਾਲ ਕਿਵੇਂ ਜੁੜੇਗਾ? ਇਸ ਬਲੈਕ ਐਂਡ ਵਾਈਟ, ਇੱਕ ਪਾਸੇ ਗੁਰੂ ਸਾਹਿਬ ਬੈਠੇ ਨੇ ਅਧਿਆਤਮ ਪੱਖ, ਇੱਕ ਪਾਸੇ ਦੁਨੀਆ। ਬਾਣੀ ਪੜ੍ਹਨ ਵੇਲੇ ਵੀ ਸਾਡਾ ਮਨ ਔਰ ਸਾਡੀ ਬਿਰਤੀ ਦੁਨੀਆ ਦੇ ਨਾਲ ਜੁੜੀ ਹੈ। ਉਸ ਨੂੰ ਸਹੀ ਕਰਨ ਵਾਸਤੇ ਲਈ ਗੁਰਬਾਣੀ ਸੰਥਿਆ ਲੈਣੀ ਬਹੁਤ ਜ਼ਰੂਰੀ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਆ, ਸੰਥਿਆ ਲੈਣੀ, ਅਤੇ ਸ਼ੁੱਧ ਪਾਠ ਪੜ੍ਹਨ ਦੇ ਨਾਲ ਇਹ ਟਕਸਾਲ ਦੇ ਵਿੱਚ ਭਾਈ ਗੋਪਾਲਾ ਸਿੰਘ ਦੀ ਵੀ ਸਾਖੀ ਦੱਸੀ ਜਾਂਦੀ ਹੈ ਕਿ ਹਰਗੋਬਿੰਦਪੁਰ ਦੇ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਤਖਤਾਂ ਉੱਤੇ ਬਿਰਾਜਮਾਨ ਸਨ, ਅਤੇ ਸੰਗਤ ਦੀ ਸਭਾ ਜੁੜੀ ਸੀ, ਅਤੇ ਗੁਰੂ ਸਾਹਿਬ ਨੇ ਸੋਚਿਆ ਕਿ ਅੱਜ ਆਪਾਂ ਕੁਝ ਕੌਤਕ ਵਰਤਾਈਏ, ਕੁਝ ਸਿੰਘਾਂ ਨੂੰ ਆਪਾਂ ਉਪਦੇਸ਼ ਦਈਏ, ਕੁਝ ਸਿੱਖਿਆ ਬਖਸ਼ੀਏ। ਸੋ ਗੁਰੂ ਮਹਾਰਾਜ ਨੇ ਫਿਰ ਸੰਗਤ ਦੇ ਵਿੱਚ ਸਵਾਲ ਕੀਤਾ ਕਿ ਸਾਡੇ ਸਿੱਖਾਂ ਦੇ ਵਿੱਚੋਂ ਕੋਈ ਹੈਗਾ ਜੋ ਕਿ ਸਾਨੂੰ ਸ਼ੁੱਧ ਜਪੁ ਜੀ ਸਾਹਿਬ ਦਾ ਪਾਠ ਸੁਣਾ ਸਕਦਾ? ਕੌਣ ਹੈਗਾ ਤੁਹਾਡੇ ਵਿੱਚੋਂ? ਇਸ ਤਰ੍ਹਾਂ ਮਹਾਰਾਜ ਨੇ 3 ਵਾਰੀ ਬੇਨਤੀ ਕੀਤੀ। 3 ਵਾਰੀ ਕਰਨ ਦੇ ਨਾਲ ਗੁਰਸਿੱਖ ਕਦੇ ਉਸ ਤੋਂ ਗਾਂਹ ਨਹੀਂ ਜਾਣ ਦਿੰਦਾ। ਜਦੋਂ 3 ਵਾਰੀ ਬੇਨਤੀ ਹੋ ਗਈ ਬਸ ਮੀਨਸ ਕਿ ਖੜਨਾ ਹੀ ਪੈਂਦਾ। ਅਤੇ ਇੱਕ ਭਾਈ ਗੋਪਾਲਾ ਜੀ ਸੀ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸੰਥਿਆ ਪ੍ਰਾਪਤ ਕੀਤੀ ਸੀ। ਬਹੁਤ ਚੰਗੇ ਵਿਦਵਾਨ ਸੀ ਔਰ ਗੁਰਸਿੱਖ ਪ੍ਰੇਮੀ ਸੀਗੇ। ਉਹ ਕਹਿੰਦੇ ਗੁਰੂ ਸਾਹਿਬ ਜੀ ਜੇ ਤੁਸੀਂ ਸਾਨੂੰ ਥਾਪਰਾ ਦੇ ਦਿਓ, ਜੇ ਤੁਹਾਡੀ ਬਖਸ਼ਿਸ਼, ਤੁਹਾਡੀ ਕਿਰਪਾ ਦੇ ਨਾਲ ਮੈਂ ਸ਼ਾਇਦ ਪੜ੍ਹ ਸਕਦਾ। ਜੇ ਤੁਹਾਡੀ ਕਿਰਪਾ ਮਿਹਰ ਨਹੀਂ ਹੈ ਤਾਂ ਮੈਂ ਨਹੀਂ ਪੜ੍ਹ ਸਕਦਾ। ਵਿੱਚ ਤੁਸੀਂ ਸਾਨੂੰ ਕਹਿ ਦਿਓ ਕਿ ਪੜ੍ਹੋ ਤਾਂ ਮੈਂ ਪੜ੍ਹ ਦਾਂਗਾ, ਤੁਸੀਂ ਬਸ ਸਾਡੇ 'ਤੇ ਕਿਰਪਾ ਕਰੋ। ਕਹਿੰਦੇ ਚੱਲ ਬਈ ਤੂੰ ਸੁਣਾ। ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਤਖਤਾਂ ਦੇ ਉੱਤੇ ਉਤਰੇ ਅਤੇ ਭਾਈ ਗੋਪਾਲਾ ਜੀ ਨੂੰ ਉੱਚੇ ਥਾਂ 'ਤੇ ਬਿਠਾਇਆ। ਜਿਵੇਂ ਕੱਲ੍ਹ ਵੀ ਆਪਾਂ ਸਤਿਕਾਰਯੋਗ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੀ ਸਾਖੀ ਸੁਣੀ ਕਿ ਜਦੋਂ ਸਿੰਘ ਬਾਣੀ ਪੜ੍ਹਦੇ ਸੀ ਉੱਚੇ, ਆਪਣੇ ਸੁਖਾਸਨਾਂ 'ਤੇ ਵੀ ਸੀ, ਤਾਂ ਫਿਰ ਵੀ ਗੁਰਬਾਣੀ ਸੁਣਦਿਆਂ ਉਹਨਾਂ ਨੇ ਆਪਣੇ ਸੁਖਾਸਨ ਦੇ ਸਥਾਨ ਤੋਂ ਖਲੋਤੇ ਹੋ ਗਏ, ਥੱਲੇ ਉਤਰ ਕੇ ਅਤੇ ਖੜ੍ਹੇ ਹੋ ਗਏ। ਇਨ ਦ ਪ੍ਰੋਸੈਸ ਆਪਣਾ ਗੋਡਾ ਸੀਗਾ ਉਹਨੂੰ ਵੀ ਚੋਟ ਲਗਾ ਦਿੱਤੀ।
ਇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਆਸਣ ਤੋਂ ਥੱਲੇ ਉਤਰ ਕੇ ਅਤੇ ਭਾਈ ਗੋਪਾਲਾ ਜੀ ਨੂੰ ਉੱਚੇ ਥਾਂ 'ਤੇ ਬਿਠਾਇਆ। ਸੋ ਮਹਾਰਾਜ ਨੇ ਹੁਕਮ ਕੀਤਾ ਕਿ ਭਾਈ ਗੋਪਾਲਾ ਜੀ ਤੁਸੀਂ ਬਾਣੀ ਸ਼ੁਰੂ ਕਰੋ, ਹੁਣ ਪੜ੍ਹੋ ਤੁਸੀਂ। ਸੋ ਭਾਈ ਗੋਪਾਲਾ ਜੀ ਨੇ ਆਪਣੀ ਮਨ ਬਿਰਤੀਆਂ ਇਕਾਗਰ ਕਰਕੇ, ਜਿਵੇਂ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਆ ਕਿ ਆਪਾਂ ਚੌਂਕੜਾ ਮਾਰਦੇ ਆ, ਆਪਾਂ ਹੱਥ ਜੋੜਦੇ ਹਾਂ, ਅੱਖਾਂ ਬੰਦ ਕਰਦੇ ਹਾਂ। ਇਹਦਾ ਕੀ ਮਤਲਬ ਹੈ? ਜਿਹੜੇ ਬੰਦਿਆਂ ਦੀਆਂ ਲੱਤਾਂ ਹਿਲਦੀਆਂ ਹੈ ਉਹਦਾ ਮਨ ਕਿਵੇਂ ਟਿਕੇਗਾ? ਜਿਹੜੇ ਬੰਦੇ ਦੇ ਹੱਥ ਇੱਧਰ ਉੱਧਰ ਫਿਰਦੇ ਨੇ ਉਹਦਾ ਮਨ ਕਿਵੇਂ ਟਿਕੇਗਾ? ਜਿਹੜੇ ਬੰਦਾ ਅੱਖਾਂ ਰਾਹੀਂ ਦਿਖ ਰਿਹਾ ਇੱਧਰ ਉੱਧਰ ਉਹਦਾ ਮਨ ਕਿਵੇਂ ਟਿਕੇਗਾ? ਆਪਣੀਆਂ ਜੋ ਇੰਦਰੀਆਂ ਹੈ ਇਹਨਾਂ ਨੂੰ ਕਾਬੂ ਰੱਖਣਾ ਮੀਨਸ ਜੋ ਤੁਹਾਡੇ ਬੋਡੀਲੀ ਸੈਂਸਸ ਹੈਗੇ ਆ ਇਹਨਾਂ ਨੂੰ ਆਪਣੇ ਵੱਸ ਦੇ ਵਿੱਚ ਰੱਖਣਾ ਹੈ, ਕੰਟਰੋਲ 'ਚ ਰੱਖਣਾ ਹੈ। ਯੂ ਮਸਟ ਨੋਟ ਲੈਟ ਦੈਮ ਕੰਟਰੋਲ ਯੂ। ਜਦੋਂ ਗੁਰਬਾਣੀ ਪੜ੍ਹਨੀ ਆ ਅਤੇ ਇਹ ਇੱਕ ਢੰਗ, ਇੱਕ ਜੁਗਤੀ ਦੱਸੀ ਹੈ ਸਾਨੂੰ ਮਹਾਰਾਜ ਨੇ ਕਿ ਜੇ ਤੁਸੀਂ ਗੁਰਬਾਣੀ ਦਾ ਫਲ ਪ੍ਰਾਪਤ ਕਰਨਾ ਹੈ, ਐਵੇਂ ਨਹੀਂ ਦੱਸਿਆ ਗਿਆ ਕਿ ਇਵੇਂ ਕਰੋ, ਕੁਝ ਰੀਜ਼ਨ ਵੀ ਹੈ ਉਸ ਦੇ ਪਿੱਛੇ ਕਿ ਮਨ ਬਿਰਤੀਆਂ ਇਕਾਗਰ ਕਰਨੇ ਆ ਅਤੇ ਤੁਹਾਡਾ ਪਹਿਲਾਂ ਯੂ ਹੈਵ ਟੂ ਲੀਵ ਯੋਰ ਬੋਡੀ। ਜੋ ਸਾਡੇ ਦੁਨੀਆ ਦੇ ਨਾਲ ਸੰਬੰਧ ਹੈ, ਸਰੀਰ ਇੰਦਰੀਆਂ, ਉਸ ਨੂੰ ਛੱਡਣਾ ਪੈਣਾ, ਫਿਰ ਹੀ ਤੁਸੀਂ ਦੁਨੀਆ ਤੋਂ ਅਲੱਗ ਹੋ ਸਕਦੇ ਹਾਂ। ਕੰਨਾਂ ਰਾਹੀਂ ਸੁਣਦੇ ਹਾਂ, ਅੱਖਾਂ ਰਾਹੀਂ ਦਿਖਦੇ ਹਾਂ। ਜੇ ਇਹਦੇ ਧਿਆਨ ਦੇ ਵਿੱਚ ਆਪਾਂ ਬਾਣੀ ਪੜ੍ਹੀਏ ਤਾਂ ਫਿਰ ਕਿਵੇਂ ਧਿਆਨ ਲੱਗੇਗਾ? ਯੂ ਹੈਵ ਟੂ ਡਿਸਕਨੈਕਟ। ਸੋ ਇਵੇਂ ਹੀ ਭਾਈ ਗੋਪਾਲਾ ਜੀ ਨੇ ਵੀ ਡਿਸਕਨੈਕਟ ਕੀਤਾ, ਅੰਦਰ ਵੱਲ ਧਿਆਨ ਦਿੱਤਾ, ਮਨ ਬਿਰਤੀਆਂ ਇਕਾਗਰ ਕਰਕੇ। ਤਾਂ ਇੱਕ ਓਅੰਕਾਰ ਬਾਣੀ ਪੜ੍ਹਦਿਆਂ ਅਰਥ ਅਤੇ ਬੋਧ, ਜਿਵੇਂ ਇਹ ਮਹਾਂਪੁਰਸ਼ਾਂ ਨੇ ਵੀ ਦੋਹਰੇ ਦੇ ਵਿੱਚ ਦੱਸਿਆ ਕਿ ਸ਼ੁੱਧ ਬਾਣੀ ਤੋਂ ਬਿਨਾਂ ਅਰਥ ਨਹੀਂ ਹੈ, ਸ਼ੁੱਧ ਅਰਥ ਤੋਂ ਬਿਨਾਂ ਸ਼ੁੱਧ ਬੋਧ ਨਹੀਂ ਹੈ, ਸ਼ੁੱਧ ਬੋਧ ਤੋਂ ਬਿਨਾਂ ਸ਼ੁੱਧ ਰਸ ਵੀ ਨਹੀਂ ਆਉਂਦਾ। ਇਹ ਇੱਕ ਜਰਨੀ ਹੈ। You need one to get the next. You need the second to get the third. You need the fourth to get the third to get the fourth. ਇਸੀ ਤਰ੍ਹਾਂ ਜੋ ਰੂਟ ਹੈਗੀ ਆ ਉਹ ਸ਼ੁੱਧ ਬਾਣੀ ਹੈ। ਸ਼ੁੱਧ ਬਾਣੀ ਦੇ ਐਂਡ 'ਤੇ ਸ਼ੁੱਧ ਰਸ ਵੀ ਮਿਲਦਾ ਹੈ। ਇੱਕ ਮਾਰਗ ਦੱਸਿਆ ਹੈ, ਇਹ ਸਟੈਪਸ ਹੈ, ਇਹ ਪੌੜੀਆਂ ਹੈ। ਸੋ ਇਵੇਂ ਇਹ ਜੋ 4 ਚੀਜ਼ਾਂ ਹੈਗੀਆਂ, ਇਹ ਭਾਈ ਗੋਪਾਲਾ ਜੀ ਨੇ 4 ਚੀਜ਼ਾਂ ਦੀ ਕਮਾਈ ਕੀਤੀ: ਸ਼ੁੱਧ ਪਾਠ, ਸ਼ੁੱਧ ਅਰਥ, ਸ਼ੁੱਧ ਬੋਧ ਅਤੇ ਸ਼ੁੱਧ ਰਸ। ਬਹੁਤ ਹੀ ਚੰਗਾ ਅਤੇ ਸੋਹਣੇ ਢੰਗ ਦੇ ਨਾਲ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਉਚਾਰਨ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੀ ਪ੍ਰਸੰਨ ਹੋਏ, ਬਹੁਤ ਖੁਸ਼ ਹੋਏ, ਸੋਚਦੇ ਕਿ ਇਤਨਾ ਸ਼ੁੱਧ ਪਾਠ ਸਾਨੂੰ ਸੁਣਾਇਆ ਅੱਜ। ਇੱਥੇ ਹੁਣ ਗਾਂ ਆਪਾਂ 4 ਚੀਜ਼ਾਂ ਬਾਰੇ ਗੱਲ ਕੀਤੀਆਂ: ਸ਼ੁੱਧ ਬਾਣੀ ਉਚਾਰਨ, ਸ਼ੁੱਧ ਅਰਥ, ਸ਼ੁੱਧ ਬੋਧ, ਸ਼ੁੱਧ ਰਸ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 5ਵਾਂ ਚੀਜ਼ ਵੀ ਇੱਥੇ ਪ੍ਰਗਟ ਕਰਦੀ। ਕੀ ਪ੍ਰਗਟ ਕੀਤਾ? ਭਾਈ ਗੋਪਾਲਾ ਜੀ ਬਾਣੀ ਉਚਾਰਦੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਮਨ ਦੇ ਵਿੱਚ ਫੁਰਨੇ ਆਏ ਕਿ ਇੰਨਾ ਸ਼ੁੱਧ ਪਾਠ, ਔਰ ਆਪਾਂ ਜਾਣਦੇ ਹੈ ਕਿ ਇਹਨੇ ਪਾਠ ਆਪਣੀਆਂ ਇੰਦਰੀਆਂ ਰਾਹੀਂ ਨਹੀਂ ਕੀਤਾ, ਇਹ ਪਾਠ ਜੁੜ ਕੇ ਨੇ ਕੀਤਾ। ਇਹਦੀ ਬਿਰਤੀ ਕਿੱਥੇ ਪਹੁੰਚੀ ਸੀ? ਜਪਜੀ ਸਾਹਿਬ ਦੇ ਪਾਠ ਦੇ ਨਾਲ ਜੁੜੀ ਸੀ ਬਿਰਤੀ। ਮਾਨੋ ਇਹ ਗੁਰੂ ਦਾ ਸਿੱਖ, ਗੁਰ ਅਤੇ ਸਿੱਖ ਇੱਕੋ ਹੀ ਬਣ ਗਏ। ਇਹ ਗੁਰਮੁਖ ਬੰਦਾ ਹੈ ਜੋ ਕਿ ਗੁਰੂ ਨੂੰ ਸਨਮੁਖ ਰੱਖ ਕੇ ਬਾਣੀ ਪੜ੍ਹੀ ਹੈ। ਕੀ ਆਪਾਂ ਇਹਨੂੰ ਦੇ ਸਕਦੇ ਹਾਂ? ਇਹਨੂੰ ਆਪਾਂ ਸਰੋਪਾ ਉਹਦੀ ਬਖਸ਼ਿਸ਼ ਦਈਏ, ਫਿਰ ਵੀ ਗੱਲ ਨਹੀਂ ਬਣਨੀ। ਇਟਸ ਨੋਟ ਇਨਫ, ਇਟਸ ਨੋਟ ਵਰਥ ਇਟ। ਹੋਰ ਆਪਾਂ ਇਹਨੂੰ ਦਈਏ, ਇਹਨੂੰ ਪਿੰਡ ਦਾ ਰਾਜਾ ਬਣਾ ਦਈਏ,
ਨਾ ਉਹ ਵੀ ਨਹੀਂ ਠੀਕ, ਸਟਿਲ ਨੋਟ ਵਰਥ ਇਟ। ਇਹਨੂੰ ਸਰਪੰਚ ਬਣਾ ਦਈਏ 5 ਪਿੰਡਾਂ ਦਾ ਰਾਜਾ, ਉਹ ਵੀ ਠੀਕ ਨਹੀਂ। ਅੱਛਾ, ਇਹਨੂੰ ਆਪਾਂ ਪੂਰੇ ਦੁਨੀਆ ਦਾ ਰਾਜਾ ਬਣਾ ਦਈਏ, ਫਿਰ ਵੀ ਉਹਦਾ ਵੀ ਕਿਸੇ ਸਮੇਂ ਅੰਤ ਤਾਂ ਹੋ ਜਾਣਾ, ਉਹਦਾ ਵੀ ਟਾਈਮ ਦਾ ਐਂਡ ਹੋਏਗਾ, ਸਟਿਲ ਨੋਟ ਵਰਥ ਇਟ, ਇਟਸ ਨੋਟ ਇਨਫ। ਹੁਣ ਜਿਹੜਾ ਦੁਨੀਆ ਦੇ ਵਿੱਚ ਬੰਦਾ ਰਹਿੰਦਾ ਆ, ਦੁਨੀਆ ਦਾ ਰਾਜ ਭਾਗ ਗ੍ਰਹਿਣ ਕਰਨ ਦੇ ਵਿੱਚ, ਉਸ ਤੋਂ ਬਾਅਦ ਤਾਂ ਹੋਰ ਕੋਈ ਚੀਜ਼ ਰਹੀ ਨਹੀਂ। ਇਫ ਯੂ ਆਰ ਦ ਕਿੰਗ ਆਫ ਦ ਵਰਲਡ, ਦੇਰ ਇਜ਼ ਨਥਿੰਗ ਐਲਸ ਲੈਫਟ। ਚਲੋ ਕੋਈ ਗੱਲ ਨਹੀਂ, ਆਪਾਂ ਇਹਨੂੰ ਵਿਸ਼ਨਪੁਰੀ ਦੇ ਦਈਏ, ਨਾ ਨੋ ਇਨਫ। ਬ੍ਰਹਮਪੁਰੀ ਦੇ ਦਈਏ, ਨੋ ਇਨਫ। ਇੰਦਰਪੁਰੀ ਦੇ ਦਈਏ, ਇਹਨੂੰ ਸਵਰਗ ਦਾ ਰਾਜਾ ਬਣਾ ਦਈਏ। ਮਾਨੋ ਕਿ इतने तरीके सोचे, पर महाराज ने सोचा कि ये योग नहीं है, ये ठीक नहीं है, इट्स नॉट वर्थ वन शुद्ध जपजी साहिब दा पाठ। महाराज ने सोचा फिर कि द ओनली थिंग लेफ्ट फॉर मी टू डू इज़ गिव दम गुरता गद्दी। जो गुरु नानक देव जी महाराज की गद्दी है, ਉਹੀ ਆਪਾਂ ਬਖਸ਼ ਦਿੰਦੇ ਹਾਂ। शुद्ध बाणी पढ़न दे नाल, फर्स्ट शुद्ध बाणी, ਉਸ ਦੇ ਨਾਲ ਸ਼ੁੱਧ ਅਰਥ, ਸ਼ੁੱਧ ਅਰਥ ਪੜ੍ਹਨ ਦੇ ਨਾਲ ਸ਼ੁੱਧ ਬੋਧ, ਸ਼ੁੱਧ ਬੋਧ ਹੋਣ ਦੇ ਨਾਲ ਸ਼ੁੱਧ ਰਸ, ਸ਼ੁੱਧ ਰਸ ਪ੍ਰਾਪਤ ਕਰਨ ਦੇ ਨਾਲ ਗੁਰੂ ਸਰੂਪ। ਇਹ ਪੰਜਵਾਂ ਚੀਜ਼ ਹੋ ਗਈ ਜੋ ਗੁਰੂ ਦੀ ਦੇਣ ਹੈ, ਬਹੁਤ ਵੱਡੀ। ਮੀਨਸ ਕਿ ਜਪਜੀ ਸਾਹਿਬ ਦੇ ਪਾਠ ਦੇ ਨਾਲ ਇੰਨੀ ਵੱਡੀ ਜਰਨੀ ਹੈ ਕਿ ਭਾਈ ਗੋਪਾਲਾ ਜੀ ਨੇ ਤਾਂ ਸ਼ੁੱਧ ਰਸ ਪ੍ਰਾਪਤ ਕਰ ਲਿਆ ਸੀ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਸ ਲੈਫਟ ਕਿ ਆਪਾਂ ਕੀ ਹੁਣ ਦਈਏ, ਹੁਣ ਇਸ ਤੋਂ ਗਾਂਹ ਹੁਣ ਮਹਾਰਾਜ ਤਾਂ ਗੁਰਤਾ ਗੱਦੀ ਦੇਣ ਨੂੰ ਤਿਆਰ ਹੋ ਗਏ। ਸੋ ਇਸੇ ਹੀ ਪ੍ਰਕਾਰ ਜੋ ਭਾਈ ਗੋਪਾਲਾ ਜੀ ਸੀ, ਸਲੋਕ ਤੱਕ ਪਹੁੰਚ ਗਏ। ਹੁਣ ਸਲੋਕ ਤੇ ਉਹਨਾਂ ਨੇ ਦੇਖ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਗੋਡਾ ਹਿੱਲ ਗਿਆ। ਹੁਣ ਉਹਨਾਂ ਨੂੰ ਉਸੇ ਹੀ ਵੇਲੇ ਸਮਝ ਆ ਗਈ ਕਿ ਹੁਣ ਸਾਨੂੰ ਕੁਛ ਮਿਲਣ ਲੱਗਾ। ਹੁਣ ਮਹਾਰਾਜ ਸਾਨੂੰ ਕੀ ਦੇਣ, ਕਿ ਗੁਰੂ ਸਾਹਿਬ ਤੇ ਸਾਡੇ ਤੇ ਹੁਣ ਪ੍ਰਸੰਨ ਹੋ ਗਏ, ਹੁਣ ਤਾਂ ਆਪਾਂ ਕੁਛ ਮੰਗੀਏ, ਫਿਰ ਕੀ ਮੰਗੀਏ। ਗੁਰਸਿੱਖ ਦੀ ਬਿਰਤੀ ਵੀ ਇੱਦਾਂ ਟੁੱਟ ਜਾਂਦੀ ਆ। ਉਹਨੇ ਸੋਚਿਆ ਕਿ ਭਾਈ ਬਿਧੀ ਚੰਦ ਉਹਨਾਂ ਨੇ 5 ਘੋੜੇ ਖਰੀਦੇ ਨੇ। ਇਹ ਜੋ ਘੋੜੇ ਹੈਗੇ ਨੇ, 1.25 ਲੱਖ ਦਾ ਇੱਕ ਘੋੜਾ ਹੈ, ਇੰਨਾ ਮੁੱਲ। 5 ਘੋੜੇ ਨੇ, ਇੱਕ ਗੁਰੂ ਹਰਗੋਬਿੰਦ ਸਾਹਿਬ ਵਾਸਤੇ, 3 ਗੁਰਸਿੱਖਾਂ ਵਾਸਤੇ, ਇੱਕ ਰਹਿ ਗਿਆ। ਕਿਉਂ ਨਾ ਆਪਾਂ ਗੁਰੂ ਸਾਹਿਬ ਤੋਂ ਘੋੜਾ ਮੰਗ ਲਈਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾ ਕੇ ਜਫਾ ਪਾ ਲਿਆ ਭਾਈ ਗੋਪਾਲਾ ਜੀ ਨੂੰ। ਭਾਈ ਗੋਪਾਲਾ ਜੀ ਦੱਸੋ ਕੀ ਚਾਹੀਦਾ ਤੁਹਾਨੂੰ, ਕੀ ਦਈਏ ਅੱਜ ਤੁਹਾਨੂੰ। ਭਾਈ ਗੋਪਾਲਾ ਜੀ ਕਹਿੰਦੇ ਕਿ ਜੋ ਭਾਈ ਬਿਧੀ ਚੰਦ ਉਹਨਾਂ ਨੇ ਘੋੜੇ ਲਿਆਂਦੇ ਨੇ, ਕਹਿੰਦੇ ਸਾਨੂੰ ਪਤਾ ਹੈ ਕਿ ਇੱਕ ਤਾਂ ਤੁਹਾਨੂੰ ਦਿੱਤਾ ਗਿਆ ਸਭ ਤੋਂ ਪਹਿਲਾਂ, ਉਸ ਤੋਂ ਬਾਅਦ 3 ਗੁਰਸਿੱਖਾਂ ਨੇ ਲੈ ਲਏ, ਇੱਕ ਰਹਿ ਗਿਆ। ਆਪਾਂ ਬੇਨਤੀ ਕਰਨੀ ਸੀ ਕਿ ਤੁਸੀਂ ਸਾਨੂੰ ਇੱਕ ਘੋੜਾ ਦੇ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਅੱਜ ਤੁਸੀਂ ਘੋੜਾ ਮੰਗ ਲਿਆ, ਕਹਿੰਦੇ ਮੈਂ ਤਾਂ ਤੈਨੂੰ ਗੁਰਤਾ ਗੱਦੀ ਦੇਣ ਨੂੰ ਤਿਆਰ ਸੀ, ਫਿਰ ਵੀ ਤੁਹਾਡਾ ਮਨ ਦੁਨੀਆ 'ਚ ਆ ਗਿਆ, ਮੈਂ ਤਾਂ ਤੁਹਾਨੂੰ ਦੁਨੀਆ ਤੋਂ ਬਹੁਤ ਹੀ ਪਰੇ ਲੈ ਜਾਣਾ ਸੀ। ਜੋ ਗੁਰਤਾ ਗੱਦੀ ਹੈ ਉਹ ਇਹੋ ਜਿਹਾ ਰਾਗ ਭਾਗ ਹੈ ਕਿ ਉਸਦੇ ਉੱਤੇ ਹੋਰ ਕੋਈ ਰਾਜਾ ਨਹੀਂ ਬੈਠਾ। ਦੁਨੀਆ ਦੇ ਰਾਜੇ ਦੇ ਉੱਤੇ ਕਈ ਰਾਜੇ ਬੈਠੇ ਨੇ, ਗੁਰਤਾ ਗੱਦੀ ਇਹੋ ਜਿਹੀ ਗੱਦੀ ਹੈ ਕਿ ਉਸਦੇ ਉੱਤੇ ਹੋਰ ਕੋਈ ਨਹੀਂ ਬੈਠਾ। ਜੋ ਇੱਕ ਓਅੰਕਾਰ ਬੀਜ ਰੂਪ ਹੈ ਉਹ ਗੁਰਤਾ ਗੱਦੀ ਦੇ ਸਮਾਨ ਹੈ, ਉਹੀ ਹੈ ਗੁਰਤਾ ਗੱਦੀ। ਸੋ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋ ਗਏ ਭਾਈ ਗੋਪਾਲਾ ਜੀ 'ਤੇ। 1.25 ਲੱਖ ਦਾ ਘੋੜਾ ਮੰਗਿਆ ਅਤੇ ਕਹਿੰਦੇ ਇੱਕ ਕਾਠੀ ਵੀ ਇਹਦੇ ਉੱਤੇ ਚਾੜੋ ਸੁਨਹਿਰੀ ਰੰਗ ਦਾ, ਜਿਸ ਦੀ 1.25 ਲੱਖ ਦੀ ਕੀਮਤ ਹੈ। ਅਤੇ ਇਸੇ ਤਰ੍ਹਾਂ ਕਹਿੰਦੇ ਕਿ ਇੱਕ ਖਜ਼ਾਨਾ ਵੀ ਤੁਸੀਂ ਇਕੱਠਾ ਕਰੋ।
ਸੋਨੇ ਦਾ ਖਜ਼ਾਨਾ, ਗੰਢ ਮਾਰ ਕੇ ਤਾਂ ਉਹ ਵੀ ਦੇ ਦਿਓ ਇਹਨਾਂ ਨੂੰ, ਕਹਿੰਦੇ ਸਰੋਪਾ ਵੀ ਇਹਨਾਂ ਨੂੰ ਦੇ ਦਿਓ। ਫਿਰ ਮਹਾਰਾਜ ਨੇ ਇੱਦਾਂ ਦਾ ਵਰ ਬਖਸ਼ਿਆ, ਕਹਿੰਦੇ ਕਿ ਤੁਹਾਡੇ ਭਾਈ ਗੋਪਾਲਾ ਜੀ 21 ਕੁੱਲ ਤੁਹਾਡੇ ਇਸ ਸੰਸਾਰ ਤੋਂ ਤਰ ਜਾਣਗੇ। ਉਹਨਾਂ ਨੂੰ 21 ਕੁੱਲਾਂ ਨੂੰ ਮੈਂ ਤੁਹਾਨੂੰ ਮੁਕਤੀ ਬਖਸ਼ਦਾ ਹਾਂ। ਕਹਿੰਦੇ ਭਾਈ ਗੋਪਾਲਾ ਜੀ, ਕਹਿੰਦੇ ਇਹ ਵੀ ਛੱਡੋ। ਮੈਂ ਕਿਹਾ ਮੈਂ ਪੂਰਾ ਤੁਹਾਡਾ ਜਿਹੜੇ ਵੀ ਤੁਹਾਡੇ ਬੰਸ ਦੇ ਵਿੱਚ ਜਨਮ ਲੈਣਗੇ ਹੁਣ ਤੋਂ, ਉਹਨਾਂ ਨੂੰ ਵੀ ਮੈਂ ਮੁਕਤੀ ਬਖਸ਼ਦਾ ਹਾਂ। ਇਹੋ ਜਿਹੇ ਵਰ ਮਹਾਰਾਜ ਨੇ ਬਖਸ਼ੇ। ਮੀਨਸ ਕਿ ਗੁਰਬਾਣੀ ਸ਼ੁੱਧ ਪਾਠ ਪੜ੍ਹਨ ਦਾ ਇਹ ਇੱਕ ਬੀਜ ਹੈ। ਇਸ ਦੇ ਵਿੱਚੋਂ ਇਸ ਦਾ ਸਟਾਰਟ ਆਫ ਯੂਰ ਜਰਨੀ ਹਰੇਕ ਗੁਰਸਿੱਖ ਮਾਈ ਭਾਈ ਵਾਸਤੇ ਲਈ, ਜਿਹੜੇ ਸੋਚਦੇ ਆ ਕਿ ਗੁਰਬਾਣੀ ਸੰਥਿਆ ਨੇ ਇਹ ਵੱਖਰਾ ਵਿਸ਼ਾ ਹੈ, ਕੀਰਤਨ ਵੱਖਰਾ ਵਿਸ਼ਾ ਹੈ, ਕੋਈ ਨਾ ਕੀਰਤਨ ਆਪਾਂ ਲੈ ਲਈਏ, ਇਹ ਹਰੇਕ ਗੁਰਸਿੱਖ ਮਾਈ ਭਾਈ ਦਾ ਰੂਟ ਹੈ। ਜਿਹੜਾ ਬੰਦਾ ਗੁਰਬਾਣੀ ਦੇ ਨਾਲ ਔਰ ਗੁਰੂ ਦੇ ਨਾਲ ਜੁੜਨਾ ਚਾਹੁੰਦਾ ਹੈ ਔਰ ਸਭ ਤੋਂ ਉੱਚੀ ਅਵਸਥਾ ਪ੍ਰਾਪਤ ਕਰਨਾ ਚਾਹੁੰਦਾ ਹੈ, ਅਵਸ਼ਯ ਹੈ ਕਿ ਜੋ ਗੁਰਬਾਣੀ ਦੀ ਸੰਥਿਆ ਹੈ ਉਹ ਤੁਹਾਡੀ ਫਰਸਟ ਸਟੈਪ ਹੈ, ਉਸ ਤੋਂ ਬਿਨਾਂ ਨਹੀਂ ਮਿਲ ਸਕਦੀ। ਸ਼ੁੱਧ ਪਾਠ, ਸ਼ੁੱਧ ਅਰਥ, ਸ਼ੁੱਧ ਬੋਧ, ਸ਼ੁੱਧ ਰਸ, ਫਿਰ ਉਸ ਤੋਂ ਬਾਅਦ ਗੁਰੂ ਸਰੂਪ। ਗੁਰੂ ਤੇ ਸਿੱਖ ਇੱਕ ਮਿਕ ਹੋ ਜਾਂਦੇ।